ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਮੌਕੇ ਮੈਂ ਸਰੀ ਦੇ ਵਿੱਚ ਇੱਕ ਰੈਸਟੋਰੈਂਟ ਦੇ ਅੱਗੇ ਮੌਜੂਦ ਹਾਂ। ਦਰਅਸਲ ਅੱਜ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਕਿ ਜੋ ਛੋਟੇ ਵਪਾਰ ਨੇ ਉਹ ਵਪਾਰ ਜਿਨ੍ਹਾਂ ਦੀ ਮਦਦ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਹੈ ਤੇ ਵੱਖੋ-ਵੱਖਰੇ ਪ੍ਰੋਗਰਾਮਸ ਰਾਹੀਂ ਉਹਨਾਂ ਨੂੰ ਮਦਦ ਦੇਣ ਦੇ ਦਾਅਵੇ ਕੀਤੇ ਗਏ, ਪਰ ਕਈ ਅਜਿਹੇ ਵਪਾਰ ਨੇ ਜੋ ਕਿ ਉਸ ਮਦਦ ਦੇ ਵਾਸਤੇ ਯੋਗਤਾ ਨਹੀਂ ਰੱਖਦੇ, ਪਰ ਕੋਵਿਡ-19 ਦੇ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕਿਸ ਤਰ੍ਹਾਂ ਉਹ ਬਿਜ਼ਨਸ ਚੱਲ ਰਹੇ ਨੇ, ਅੱਗੇ ਵਧ ਰਹੇ ਨੇ ਤੇ ਕਿਹੜੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਪੇਸ਼ ਹੋ ਰਹੀਆਂ ਨੇ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਅੱਜ ਅਸੀਂ ਪਹੁੰਚੇ ਇੱਕ ਰੈਸਟੋਰੈਂਟ ਦੇ ਵਿੱਚ ਜਿਸ ਦੇ ਓਨਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਤੇ ਨਾਲ ਹੀ ਜੋ ਕਾਮਿਆਂ ਦੀ ਮਦਦ ਦੇ ਵਾਸਤੇ ਵੀ ਕਿ ਕੋਵਿਡ-19 ਜਦੋਂ ਸਿਖਰਾਂ ਤੇ ਸੀ ਉਸ ਮੌਕੇ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਉਸ ਦੌਰਾਨ ਕਿਸ ਤਰ੍ਹਾਂ ਬਿਜ਼ਨਸ ਸ਼ੁਰੂ ਕੀਤਾ ਤੇ ਉਸ ਨੂੰ ਹੁਣ ਤੱਕ ਤੇ ਅੱਗੇ ਵੀ ਚਲਾਉਣ ਦੇ ਵਾਸਤੇ ਕਿਹੜੇ ਕਦਮ ਕਿਸ ਤਰ੍ਹਾਂ ਚੁੱਕੇ ਜਾ ਰਹੇ ਨੇ, ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਤੁਸੀਂ ਇਹ ਬਿਜ਼ਨਸ ਕਦੋਂ ਸ਼ੁਰੂ ਕੀਤਾ ਤੇ ਕਿਵੇਂ ਦੇ ਚੈਲੰਜਸ ਆਏ ਨੇ? ਸੋ ਬਿਜ਼ਨਸ 1 ਸੈਪਟੈਂਬਰ ਨੂੰ ਸ਼ੁਰੂ ਕੀਤਾ ਸੀਗਾ। ਸ਼ੁਰੂਆਤ ਅਸੀਂ ਜਿੱਦਾਂ ਮਈ ਜੂਨ ਤੋਂ ਸ਼ੁਰੂ ਕਰਤਾ ਸੀਗਾ। ਪੁਰਾਣੇ ਬਾਇਰਸ ਤੋਂ ਬਾਏ ਕਰਨਾ, ਇਕਵਿਪਮੈਂਟ ਬਾਇੰਗ ਸ਼ੁਰੂ ਕੀਤੀ ਸੀਗੀ ਤੇ ਓਪਨ ਜਿਹੜਾ ਕੀਤਾ ਸੀ ਰੈਸਟੋਰੈਂਟ 1 ਸੈਪਟੈਂਬਰ ਨੂੰ ਕੀਤਾ ਸੀਗਾ। ਚੈਲੰਜਸ ਕਾਫੀ ਸੀਗੇ। ਪਹਿਲਾਂ ਤਾਂ ਜਿੱਦਾਂ ਰੈਸਟੋਰੈਂਟ ਬੇਸਿਕਲੀ ਜਦੋਂ ਓਪਨ ਕਰਨਾ ਤੁਸੀਂ ਉਹਦੇ ਲਈ ਤੁਹਾਨੂੰ ਕਾਫੀ ਚੀਜ਼ਾਂ ਦੇਖਣੀਆਂ ਪੈਂਦੀਆਂ। ਹੈਲਥ ਇੰਸਪੈਕਸ਼ਨ ਹੁੰਦੀ ਆ ਤੁਹਾਡੀ, ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਲਾਈਕ ਜਿਹੜੇ ਸਿਟੀ ਵੱਲੋਂ ਪਰਮਿਟਸ ਵਗੈਰਾ ਲੈਣੇ ਆ ਉਹਨਾਂ ਦੀ ਕਾਫੀ ਰਿਕੁਆਇਰਮੈਂਟਸ ਹੁੰਦੀਆਂ ਆ, ਉਹ ਕੰਪਲੀਟ ਕਰਕੇ ਫਿਰ ਤੁਸੀਂ ਓਪਨ ਕਰ ਸਕਦੇ ਆ। ਇਹ ਤਾਂ ਬੇਸਿਕਸ ਚੀਜ਼ਾਂ ਸੀਗੀਆਂ, ਬਟ ਡਿਊਰਿੰਗ ਦਿਸ ਟਾਈਮ ਕਰੋਨਾ ਵਾਇਰਸ ਦੇ ਟਾਈਮ ਦੇ ਵਿੱਚ ਹੋਰ ਕਾਫੀ ਚੈਲੰਜਸ ਸੀਗੇ। ਕਰੋਨਾ ਵਾਇਰਸ ਦੀ ਆਪਣੇ ਪ੍ਰੋਟੋਕੋਲਸ ਜਿਹੜੇ ਫੋਲੋ ਕਰਨੇ ਸੀਗੇ ਉਹ ਵੀ ਵਿੱਚ ਸੀਗੇ, ਲਾਈਕ ਟੇਬਲਸ ਦੇ ਵਿੱਚ ਡਿਸਟੈਂਸ ਰੱਖਣਾ ਸੀਗਾ। ਸੋ ਉਹਦੇ ਨਾਲ ਸ਼ੁਰੂ ਕਰਨ 'ਚ ਕਾਫੀ ਜ਼ਿਆਦਾ ਦਿੱਕਤ ਨਹੀਂ ਆਈ, ਬਟ ਥੋੜ੍ਹੀ ਬਹੁਤ ਜਿੱਦਾਂ ਲਿਟਲ ਬਿਟ ਦਿੱਕਤਾਂ ਜ਼ਰੂਰ ਆਈਆਂ, ਬਟ ਇਵੈਂਚੁਅਲੀ ਰੈਸਟੋਰੈਂਟ ਓਪਨ ਹੋ ਗਿਆ 1 ਸੈਪਟੈਂਬਰ ਨੂੰ। ਅਰਾਊਂਡ 2 ਮਹੀਨੇ ਦਾ ਟਾਈਮ ਲੱਗਿਆ ਸੀ ਸਾਨੂੰ ਇਨੀਸ਼ੀਅਲ ਆਫਰ ਪਾਉਣ ਤੋਂ ਬਾਅਦ ਓਪਨਿੰਗ ਤੱਕ। ਜਦੋਂ ਸੈਪਟੈਂਬਰ ਸੀ ਪਿਛਲੇ ਸਾਲ ਤਾਂ ਸੈਕੰਡ ਵੇਵ ਦੀ ਸ਼ੁਰੂਆਤ ਸੀ ਤੇ ਉਸ ਵਕਤ ਰੈਸਟ੍ਰਿਕਸ਼ਨਸ ਵੀ ਕਾਫੀ ਜ਼ਿਆਦਾ ਸੀ ਤੇ ਉਸੇ ਦੌਰਾਨ ਤੁਸੀਂ EMPLOYEES ਵੀ ਹਾਇਰ ਕੀਤੇ ਕਿਉਂਕਿ ਇਕਨੋਮੀ ਦੇ ਉੱਤੇ ਵੀ ਕਾਫੀ ਅਸਰ ਹੋਇਆ ਕਿ ਜਿਹੜੇ ਵਰਕਰਸ ਸੀਗੇ ਉਹਨਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ, ਤਾਂ ਉਹਨਾਂ ਲਈ ਹੈਲਪਫੁਲ ਹੋਇਆ। ਐਗਜ਼ੈਕਟਲੀ ਲਾਈਕ ਅਸੀਂ ਆਪ ਵੀ ਜਿੱਦਾਂ ਸਾਡੀ ਸਾਰੀ ਫੈਮਿਲੀ ਬਿਕਾਜ਼ ਅਰਾਊਂਡ ਸਾਨੂੰ 7 to 8 ਮੰਥਸ ਹੋ ਗਏ ਸੀ ਉਦੋਂ, ਲਾਈਕ ਸਾਰਿਆਂ ਨੂੰ ਆਲਮੋਸਟ ਘਰੇ ਬੈਠੇ ਨੂੰ। ਲਾਈਕ ਇੱਕ ਦੋ ਬੰਦੇ ਸਾਡੇ ਸੀਗੇ ਫੈਮਿਲੀ ਦੇ ਜਿਹੜੇ ਕੰਮ ਕਰ ਰਹੇ ਸੀਗੇ, ਬਟ ਆਲਮੋਸਟ ਲਾਈਕ 60% ਅਸੀਂ ਘਰੇ ਬੈਠੇ ਸੀਗੇ। ਸੋ ਇੱਕ ਤਾਂ ਉਹਨਾਂ ਨੂੰ ਕਾਫੀ ਹੈਲਪ ਹੋ ਗਈ, ਲਾਈਕ ਉਹ ਜੌਬ ਕਰ ਸਕਦੇ ਸੀਗੇ ਆਪਣੇ ਆਪ ਦੇ ਰੈਸਟੋਰੈਂਟ 'ਤੇ। ਐਂਡ ਮੋਰ ਓਵਰ ਕਪਲ ਆਫ ਮੋਰ EMPLOYEES ਅਸੀਂ ਹਾਇਰ ਕੀਤੇ ਆ ਤੇ ਲੁਕਿੰਗ ਫਾਰਵਰਡ ਟੂ ਇਟ। ਤੇ ਜਦੋਂ ਪਹਿਲਾਂ ਤੋਂ ਬਿਜ਼ਨਸ ਪਲਾਨ ਬਹੁਤ ਸਾਰੇ ਕੀਤੇ ਗਏ ਸੀ, ਬਹੁਤ ਸਾਰੇ ਲੋਕਾਂ ਨੇ ਕੀਤੇ ਤੇ ਫਿਰ 2020 ਲਈ ਬਹੁਤ ਕੁਝ ਸੋਚਿਆ ਹੋਣਾ, ਪਲਾਨਸ ਹੋਣੇ, ਤਾਂ ਫਿਰ ਜਿਵੇਂ ਪਲਾਨ ਕੀਤਾ ਸੀ ਬਿਜ਼ਨਸ ਸ਼ੁਰੂ ਕੀਤਾ ਜਾਊਗਾ ਤਾਂ ਐਵੇਂ ਕੰਮ ਚਲਾਵਾਂਗੇ, ਤਾਂ ਉਹਦੇ ਕੋਵਿਡ-19 ਦੇ ਕਰਕੇ ਕੀ ਜਿਹੜਾ ਇੰਪੈਕਟ ਹੈ ਉਹ ਪਿਆ, ਮਤਲਬ ਤੁਹਾਡੀ ਐਕਸਪੈਕਟੇਸ਼ਨਸ ਤੋਂ ਕਿੰਨੀਆਂ ਵੱਖਰੀਆਂ ਰਹੀਆਂ ਨੇ ਚੀਜ਼ਾਂ? ਟੂ ਬੀ ਓਨੈਸਟ ਅਸੀਂ ਬਿਜ਼ਨਸ ਖੋਲ੍ਹਣ ਬਾਰੇ ਸੋਚਿਆ ਤਾਂ ਸੀਗਾ, ਬਟ ਇੰਨੀ ਛੇਤੀ ਨਹੀਂ ਸੋਚਿਆ ਸੀਗਾ। ਹਾਲੇ ਅਸੀਂ 1-2 ਸਾਲ ਹੋਰ ਸੋਚਿਆ ਸੀ ਪਏ ਵੀ ਕੈਨ ਪ੍ਰੈਕਟਿਸ ਰਾਈਟ, ਕਿਉਂਕਿ ਸਾਰੇ ਅਸੀਂ ਕਿਤੇ ਨਾ ਕਿਤੇ ਜੌਬ ਕਰਦੇ ਸੀ ਵੀ ਆਪਾਂ ਪ੍ਰੈਕਟਿਸ ਕਰੀਏ। ਬਟ ਬਿਕਾਜ਼ ਲੂਜ਼ਿੰਗ ਆਰ ਜੌਬਸ ਐਵਰੀ ਵਨ ਆਫ ਅਸ, ਅਸੀਂ ਕਾਫੀ ਜੌਬਾਂ ਸਾਰਿਆਂ ਨੇ ਲੂਜ਼ ਕੀਤੀਆਂ। ਸੋ ਇਸ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਛੇਤੀ ਕਰਨਾ ਪੈ ਗਿਆ ਕਿ ਘਰੇ ਬਹਿ ਕੇ ਨਹੀਂ ਸਰਦਾ ਹੈਗਾ, ਸਾਰਿਆਂ ਨੂੰ ਪਤਾ ਹੀ ਆ, ਅਤੇ ਇਸ ਕਰਕੇ ਥੋੜ੍ਹਾ ਛੇਤੀ ਕਰਨਾ ਪਿਆ ਅਤੇ ਉਹਦੇ ਨਾਲ ਵੀ ਕਾਫੀ ਚੈਲੰਜਸ ਆਏ ਫਾਈਨੈਂਸ਼ੀਅਲੀ ਯੂ ਕੈਨ ਸੇ ਦੈਟ। ਐਂਡ ਮੋਰ ਓਵਰ ਲਾਈਕ ਅਸੀਂ ਹਲੇ ਤਿਆਰ ਵੀ ਨਹੀਂ ਸੀਗੇ ਕਿ ਬਿਜ਼ਨਸ ਕਰ ਲਈਏ, ਬਟ ਐਂਡਿੰਗ ਅਪ ਡੂਇੰਗ ਇਟ ਵਾਜ਼ ਦਾ ਓਨਲੀ ਆਪਸ਼ਨ ਸਾਡੇ ਲਈ, ਸੋ ਇਸ ਕਰਕੇ ਕਰਨਾ ਪਿਆ। ਤੇ ਫਿਰ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਿਹੜੀਆਂ ਇੰਸਟਰਕਸ਼ਨਸ ਆਉਂਦੀਆਂ ਨੇ ਉਹ ਕਿਵੇਂ ਦੀਆਂ ਆਉਂਦੀਆਂ ਨੇ? ਤੇ ਫਿਰ ਕੋਵਿਡ-19 ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜੋ ਸਿਟਿੰਗ ਦੇ ਵਾਸਤੇ ਰੈਸਟੋਰੈਂਟ ਦੇ ਵਿੱਚ ਪਹਿਲਾਂ ਡਾਈਨ ਇਨ ਦੇ ਵਾਸਤੇ ਕਦੇ ਬੰਦ ਕੀਤਾ ਗਿਆ ਤੇ ਤੁਹਾਨੂੰ ਇਹਦੇ ਲਈ ਆਇਆ ਕਿ ਸਿਰਫ ਟੇਕ ਆਊਟ ਜਾਂ ਫਿਰ ਡਿਲੀਵਰੀ ਹੀ ਹੋਏਗੀ? ਵੈਲ ਇਨੀਸ਼ੀਅਲੀ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਸਿਰਫ ਤੁਸੀਂ ਟੇਕ ਆਊਟ ਅਤੇ ਡਾਈਨ ਇਨ ਹੀ ਕਰ ਸਕਦੇ ਹਾਂ ਜਦੋਂ ਅਸੀਂ ਬਾਏ ਕੀਤਾ ਸੀਗਾ। ਬਟ ਜਦੋਂ ਅਸੀਂ ਓਪਨ ਕੀਤਾ ਰੈਸਟੋਰੈਂਟ ਉਦੋਂ ਉਹ ਰਿਸਟ੍ਰਿਕਸ਼ਨ ਲਿਫਟ ਹੋ ਗਈਆਂ ਸੀਗੀਆਂ ਅਤੇ ਦੈਨ ਡਾਈਨ ਇਨ ਅਸੀਂ ਖੋਲ੍ਹ ਸਕਦੇ ਸੀਗੇ, ਬਟ ਉਹਦੇ ਵਿੱਚ ਵੀ ਕਾਫੀ ਪ੍ਰੋਟੋਕੋਲ ਸੀਗੇ, ਲਾਈਕ 6 ਫੀਟ ਡਿਸਟੈਂਸ ਰੱਖਣਾ ਪੈਣਾ ਸੀਗਾ ਤੁਹਾਨੂੰ, ਅਦਰਵਾਈਜ਼ ਯੂ ਕੁਡ ਹੈਵ ਪੁੱਟ ਦੈਟ ਬੈਰੀਅਰ ਲਾ ਸਕਦੇ ਸੀਗੇ ਤੁਸੀਂ ਟੇਬਲ ਦੇ ਵਿੱਚ। ਸੋ ਦੂਜਾ ਜਿਹੜਾ ਜੇ ਕੋਈ ਡਿਫਰੈਂਟ ਫੈਮਿਲੀ ਆ ਟੇਬਲਸ ਦੇ ਵਿੱਚ ਉਹ ਇੰਟਰੈਕਟ ਨਾ ਕਰੇ ਇੱਕ ਦੂਜੇ ਨਾਲ।
ਬਟ ਹੋਰ ਕਾਫੀ ਸਾਰੀ ਚੀਜ਼ਾਂ ਸੀਗੀਆਂ ਲਾਈਕ EMPLOYEES ਦੇ ਵਿੱਚ 6 ਫੀਟ ਦਾ ਡਿਸਟੈਂਸ ਹੋਣਾ ਚਾਹੀਦਾ ਆ, ਉਹ ਵੀ ਸੀਗਾ ਵਿੱਚ, ਤੇ ਯਾ ਇਹ ਸਾਰੇ ਫੋਲੋ ਕਰਨੇ ਪੈਣੇ ਸੀਗੇ। ਤੇ ਫਿਰ ਜਿਹੜੇ ਕਈ ਪ੍ਰੋਗਰਾਮਸ ਵੀ ਸ਼ੁਰੂ ਕੀਤੇ ਗਵਰਨਮੈਂਟ ਨੇ, ਤੇ ਉਹਦੇ ਵਿੱਚ ਤੁਸੀਂ ਹੈਲਪ ਲਈ? ਵੈਲ ਕਿਸ ਕੰਪਨੀ ਨਵੀਂ ਸੀਗੀ, ਬਿਜ਼ਨਸ ਨਵਾਂ ਸੀਗਾ, ਜਿਹੜੇ ਆਈ ਗੈਸ ਗਵਰਨਮੈਂਟ ਦੇ ਰੂਲਸ ਹੈਗੇ ਆ ਟੇਕਿੰਗ ਦੋਜ਼ ਬੈਨੀਫਿਟਸ, ਜਿਹੜੇ ਆਪਣੇ ਸਬਸਿਡੀਜ਼ ਵਗੈਰਾ ਹੈਗੀ ਆ, ਉਹਦੇ ਵਾਸਤੇ ਤੁਹਾਡਾ ਬਿਜ਼ਨਸ ਐਲੀਜੀਬਲ ਹੋਣਾ ਚਾਹੀਦਾ। ਐਲੀਜੀਬਿਲਿਟੀ ਇਹ ਆ ਵੀ 1 ਸਾਲ ਪੁਰਾਣਾ ਬਿਜ਼ਨਸ ਹੋਣਾ ਚਾਹੀਦਾ। ਕੋਵਿਡ ਕਰਕੇ ਤੁਹਾਨੂੰ ਪਿਛਲੇ ਲਾਈਕ ਲੈਟਸ ਸੇ ਆਪਾਂ ਸੈਪਟੈਂਬਰ 'ਚ ਓਪਨ ਕੀਤਾ ਹੈ, ਸੋ ਪਿਛਲੇ ਸੈਪਟੈਂਬਰ ਦਾ ਉਹਨਾਂ ਨੇ ਡੇਟਾ ਚੈੱਕ ਕਰਨਾ ਸੀ ਤੁਹਾਡਾ, ਵੀ ਤੁਹਾਨੂੰ ਫਰਕ ਪਿਆ ਕੋਵਿਡ ਕਰਕੇ, ਬਿਕਾਜ਼ ਬਿਜ਼ਨਸ ਨਵਾਂ ਸੀਗਾ, ਸੋ ਲਾਈਕ ਉਹ ਤਾਂ ਕਲੌਜ਼ ਸੀਗਾ ਹੀ ਨਹੀਂ ਵਿੱਚ, ਸੋ ਇਸ ਕਰਕੇ ਵੀ ਵਰ ਨਾਟ ਐਲੀਜੀਬਲ ਐਟ ਆਲ। ਓਕੇ, ਤੇ ਫਿਰ ਇਹ ਐਲੀਜੀਬਿਲਿਟੀ ਜਿਵੇਂ 1 ਸਾਲ ਪੁਰਾਣਾ ਬਿਜ਼ਨਸ ਚਾਹੀਦਾ ਸੀ, ਇਹਦੇ ਵਿੱਚ ਜਿਵੇਂ ਬਹੁਤ ਸਾਰੇ ਪ੍ਰੋਗਰਾਮ ਸੀਗੇ, ਕਿਸੇ ਵੀ ਪ੍ਰੋਗਰਾਮ ਲਈ ਤੁਸੀਂ ਐਲੀਜੀਬਲ ਨਹੀਂ ਹੋਏ? Not for rent subsidy, not for wage subsidy, not at all. Right. Those were the only ਉਹੀ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਜਿਹੜੀ ਬਿਜ਼ਨਸ ਵਾਸਤੇ ਸੀਗੀਆਂ ਹੈਲਪਫੁਲ। Other things like I guess CRB, the new program CRB, these are for people, not for businesses. Business ਵਾਸਤੇ ਸਿਰਫ rent subsidy and wage subsidy ਹੀ ਆ, ਤੇ ਉਹ ਦੋਨੋਂ ਲਈ ਅਸੀਂ ਐਲੀਜੀਬਲ ਨਹੀਂ ਸੀਗੇ। ਤੇ ਫਿਰ ਜਦੋਂ ਕੋਵਿਡ-19 ਦੇ ਕਰਕੇ ਵੀ ਹੋਇਆ ਕਿ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਸੀ, ਤੇ ਫਿਰ ਹੋਮ ਕੁਕਿੰਗ ਵੀ ਘਰੇ ਵੀ ਬਣਾਉਣਾ ਪਸੰਦ ਕਰਦੇ ਨੇ, ਤਾਂ ਫਿਰ ਇਸ ਦੌਰਾਨ ਰੈਸਟੋਰੈਂਟ ਦੇ ਕੰਮ ਦੇ ਉੱਤੇ ਕਿੰਨਾ ਕੁ ਫਰਕ ਪਿਆ ਕਿ ਲੋਕ ਜ਼ਿਆਦਾਤਰ ਫੂਡ ਮੰਗਵਾਉਂਦੇ ਬਾਹਰੋਂ, ਤੇ ਫਿਰ ਉਸ ਦੇ ਲਈ ਜਿਹੜੇ ਡਿਲੀਵਰੀਜ਼ ਹੈ, ਟੇਕ ਆਊਟ ਹੈ, ਉਹਦੇ ਉੱਤੇ ਤੁਹਾਨੂੰ ਇਸ ਦਾ ਕੀ ਹੋਇਆ? ਵੈਲ ਟੇਕ ਆਊਟ ਦੇ ਉੱਤੇ ਐਂਡ ਡਿਲੀਵਰੀ ਤਾਂ ਅਪ ਹੋਈ ਆ ਕਾਫੀ ਜ਼ਿਆਦਾ, ਲਾਈਕ ਕੋਵਿਡ ਤੋਂ ਪਹਿਲਾਂ ਤੋਂ ਹੁਣ ਕੰਪੇਅਰ ਕਰੀਏ। ਟੇਕ ਆਊਟ ਆਈ ਗੈਸ ਨਾਟ ਇੰਨਾ ਨਹੀਂ ਫਰਕ ਪਿਆ ਹੈਗਾ, ਡਾਈਨਿੰਗ ਨੂੰ ਕਾਫੀ ਫਰਕ ਪਿਆ ਹੈਗਾ। ਫਰਸਟ ਆਫ ਆਲ ਕਿਜ਼ ਹੁਣ ਸਾਡੇ ਰੈਸਟੋਰੈਂਟ ਦੇ ਵਿੱਚ 40 ਸੀਟਸ ਦੀ ਕੈਪੈਸਿਟੀ ਹੈਗੀ, ਵੀ ਆਰ ਐਂਡਿੰਗ ਅਪ ਇਨ 20, ਸਿਰਫ 20 ਪੀਪਲ ਹੀ ਬਹਿ ਸਕਦੇ ਆ। ਪਲੱਸ ਲੋਕੀ ਕਾਫੀ ਡਰੇ ਹੋਏ ਨੇ ਕਿ ਇੰਟਰੈਕਟਿੰਗ ਵਿਦ ਅਦਰ ਪੀਪਲ, ਕਿ ਅਸੀਂ ਕੋਵਿਡ ਨਾਲ ਕੈਚ ਕਰ ਲਈਏ, ਸੋ ਇਸ ਕਰਕੇ ਲੋਕੀ ਬਾਹਰ ਖਾਣਾ ਘੱਟ ਪਸੰਦ ਕਰ ਰਹੇ ਆ ਇਹਨਾਂ ਦਿਨਾਂ ਦੇ ਵਿੱਚ। ਬਟ ਡਾਈਨਿੰਗ ਨੂੰ ਕਾਫੀ ਫਰਕ ਪਿਆ ਆ, ਟੇਕ ਆਊਟ ਐਂਡ ਡਿਲੀਵਰੀ ਮੈਨੂੰ ਨਹੀਂ ਲੱਗਦਾ ਇੰਨਾ ਕੋਈ ਫਰਕ ਪਿਆ ਹੈਗਾ। ਇੱਥੇ ਮੇਰਾ ਮੁੱਖ ਸਵਾਲ ਇਹ ਹੈ ਕਿ ਜਿਵੇਂ ਬਾਰ-ਬਾਰ ਕਿਹਾ ਜਾ ਰਿਹਾ ਇਕਨੋਮੀ ਨੂੰ ਵਾਪਸ ਆਪਣੇ ਲਈ ਤੇ ਲਿਆਉਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਕਿ ਬਿਜ਼ਨਸਿਸ ਨੂੰ ਫਾਇਦਾ ਹੋਵੇ ਇਸ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਇੱਥੋਂ ਤੱਕ ਵੀ ਇਹ ਵੀ ਕਿਹਾ ਜਾ ਰਿਹਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਈ ਵਾਰ ਕਹਿ ਚੁੱਕੇ ਨੇ ਕਿ ਜੋ ਲੋਕਲ ਬਿਜ਼ਨਸ ਇਹਨਾਂ ਨੂੰ ਸਪੋਰਟ ਕੀਤਾ ਜਾਵੇ। ਕੈਨੇਡਾ ਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਹੀ ਸਮਾਨ ਲਿਆ ਜਾਵੇ, ਤੇ ਇਸੇ ਨੂੰ ਲੈ ਕੇ ਜਿਵੇਂ ਤੁਹਾਡਾ ਹੁਣ ਸਮਾਲ ਬਿਜ਼ਨਸ ਹੈ, ਇਸ ਦੇ ਉੱਤੇ ਜਿਹੜਾ ਤੁਹਾਡੇ ਇਨਕਮ ਨੂੰ ਲੈ ਕੇ ਕੀ ਇੰਪੈਕਟ ਪਿਆ, ਕਿ ਤੁਹਾਨੂੰ ਕੋਈ ਪ੍ਰੋਫਿਟ ਹੋਇਆ ਜਾਂ ਨਹੀਂ? ਵੈਲ ਰਾਈਟ ਨਾਓ ਸਾਨੂੰ 6 months ਹੋ ਗਏ ਆ ਓਪਨ ਹੋਏ ਨੂੰ, ਵੀ ਹੈਵਨਟ ਸੀਨ ਐਨੀ ਕਾਈਂਡ ਆਫ ਪ੍ਰੋਫਿਟ ਸਟਿਲ, ਬਟ ਯਾ ਦ ਬਿਜ਼ਨਸ ਉਹ ਪਿਕਅਪ ਕਰ ਰਿਹਾ ਆ ਆਈ ਗੈਸ, ਬਿਕਾਜ਼ ਹੁਣ 6 ਮਹੀਨੇ ਹੋ ਗਏ ਆਲਰੇਡੀ। ਫਰਸਟ 2 ਮਹੀਨੇ ਜਿਹੜੇ ਸੀਗੇ ਉਹ ਕਾਫੀ ਚੈਲੰਜਿੰਗ ਸੀਗੇ ਫਾਈਨੈਂਸ਼ੀਅਲੀ ਵਾਈਜ਼, ਬਿਕਾਜ਼ ਵੀ ਹੈਵ ਟੂ ਪੁੱਟ ਆਰ ਓਨ ਮਨੀ ਇਨ, ਅਸੀਂ ਆਪਣੇ ਪੈਸੇ ਲਾਏ ਸੀਗੇ, ਤੇ ਟੇਕਿੰਗ ਦੈਟ ਮਨੀ ਆਊਟ ਆਫ ਦ ਬਿਜ਼ਨਸ ਵਾਜ਼ ਇਹ ਸਭ ਤੋਂ ਵੱਡਾ ਇਸ਼ੂ ਹੁੰਦਾ ਕਿਸੇ ਵੀ ਬਿਜ਼ਨਸਮੈਨ ਲਈ, ਕਿ ਉਹਨੂੰ ਪ੍ਰੋਫਿਟ ਹੋਵੇ। ਪਹਿਲੇ 6 months ਹਾਲੇ ਤੱਕ ਅਸੀਂ ਕੋਈ ਪ੍ਰੋਫਿਟ ਨਹੀਂ ਦੇਖਿਆ ਹੈਗਾ, ਬਟ ਐਜ਼ ਜਿੱਦਾਂ ਬੈਨੀਫਿਟ ਮਿਲ ਰਹੇ ਆ ਬਾਕੀ ਬਿਜ਼ਨਸ ਵਾਸਤੇ ਨੂੰ ਵੀ, ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਜੌਬ ਲੂਜ਼ ਕੀਤੀਆਂ ਉਹਨਾਂ ਨੂੰ ਗਵਰਨਮੈਂਟ ਵੱਲੋਂ ਹੈਲਪ ਮਿਲਦੀ ਆ, ਉਸ ਕਰਕੇ ਆਈ ਬਿਲੀਵ ਕਿ ਆਉਣ ਵਾਲੇ ਟਾਈਮ 'ਚ ਵੀ ਵੁੱਡ ਸੀ ਸਮ ਕਾਈਂਡ ਆਫ ਪ੍ਰੋਫਿਟ ਐਜ਼ ਵੈਲ, ਬਿਕਾਜ਼ ਪੀਪਲ ਆਰ ਸਪੈਂਡਿੰਗ, ਲਾਈਕ ਉਹਨਾਂ ਨੂੰ ਜਿਹੜਾ ਸਾਡਾ ਬਿਜ਼ਨਸ ਆ ਬੇਸਿਕਲੀ ਉਹ ਇੱਕ ਨੈਸੈਸਿਟੀ ਆ, ਲਾਈਕ ਹਰੇਕ ਕਿਸੇ ਨੇ ਫੂਡ ਤਾਂ ਖਾਣਾ ਹੀ ਆ, ਰਾਈਟ, ਤੇ ਉਸ ਕਰਕੇ ਦੇ ਸਪੈਂਡ ਮਨੀ ਔਨ ਫੂਡ। ਵੀ ਵਿਲ ਬੀ ਸੀਇੰਗ ਫੂਡ, ਲਾਈਕ ਜੇ ਅਸੀਂ ਹੁਣ ਪਲੈਨਿੰਗ ਦੇ ਹਿਸਾਬ ਨਾਲ ਜਿੱਦਾਂ ਸਾਡਾ ਚੱਲ ਰਿਹਾ ਸੀਗਾ ਬਿਜ਼ਨਸ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਵੀ ਆਰ ਐਕਸਪੈਕਟਿੰਗ ਪ੍ਰੋਫਿਟ ਇਨ ਕਪਲ ਆਫ ਮੰਥਸ, ਬਟ ਫਰਸਟ 6 months ਬਿਲਕੁਲ ਪ੍ਰੋਫਿਟ ਨਹੀਂ ਹੋਇਆ ਸਾਨੂੰ। ਤੇ ਫਿਰ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ, ਤੁਸੀਂ ਆਪਣੇ ਵੱਲੋਂ ਦੱਸਣਾ ਚਾਹੁੰਦੇ ਹੋ? ਵੈਲ ਨਾਟ ਐਟ ਆਲ, ਸਾਰੇ ਕੁਐਸਚਨ ਤੁਸੀਂ ਕਵਰ ਹੀ ਕਰ ਹੀ ਲਿਆ ਕੋਵਿਡ ਦੇ ਦੌਰਾਨ, ਤੇ ਯਾ ਦੈਟਸ ਪ੍ਰੀਟੀ ਮਚ ਇਟ। ਥੈਂਕ ਯੂ ਸੋ ਮਚ। ਯੂ ਵੈਲਕਮ। ਤੇ ਫਿਰ ਜਦੋਂ ਪਹਿਲਾਂ ਨਾਲੋਂ ਜਿਵੇਂ ਇਹ ਤਾਂ ਹੋਇਆ ਕਿ ਤੁਸੀਂ ਰਿਸਟ੍ਰਿਕਸ਼ਨਸ ਲੱਗੀਆਂ ਨੇ, ਜਿਹੜੀਆਂ ਹਦਾਇਤਾਂ ਲੱਗੀਆਂ ਨੇ ਉਹਨਾਂ ਨੂੰ ਮੰਨਣਾ ਹੈ, ਤਾਂ ਉਸ ਤੋਂ ਇਲਾਵਾ ਹੋਰ ਕੀ ਫਰਕ ਪਿਆ, ਤੇ ਫਿਰ ਹੋਰ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਜਦੋਂ ਕਸਟਮਰ ਵੀ ਆਉਂਦੇ ਨੇ? ਹਾਂਜੀ, ਸਾਨੂੰ ਸਭ ਤੋਂ ਪਹਿਲਾਂ ਜਦੋਂ ਕਸਟਮਰ ਅੰਦਰ ਰੈਸਟੋਰੈਂਟ ਦੇ ਐਂਟਰ ਕਰਦਾ, ਉਹਨਾਂ ਨੂੰ ਮਾਸਕ ਲਾਉਣਾ ਜ਼ਰੂਰੀ ਆ, ਮਾਸਕ ਲਗਾ ਕੇ ਹੀ ਅੰਦਰ ਆਉਣਾ ਪੈਂਦਾ ਵਾ। ਜੇਕਰ ਕੋਈ ਡਾਈਨਿੰਗ ਕਰਦਾ ਤੇ ਉਹਨਾਂ ਦਾ ਸਭ ਤੋਂ ਪਹਿਲਾਂ फ़ोन नंबर और नेम सारा कुछ लिख के रखना पैंदा, कि हैल्थ वाले कहते कि कॉन्टैक्ट नंबर सारा होना चाहिए। फिर जदों सिर्फ असी एक सीट दे 6 जाने बिठा सकते हैं, 6 तो वध नहीं बिठा सकते है ना, तो वो 6 फीट का डिस्टेंस भी रखना पैंदा वा। ते
ਉਹਦੇ ਵਿੱਚ ਜਦੋਂ ਕਸਟਮਰ ਜਾਂਦਾ ਫਿਰ ਸਾਰਾ ਕੁਝ ਸੈਨੀਟਾਈਜ਼ਰ ਕਰਨਾ ਪੈਂਦਾ ਵਾ, ਹਰੇਕ ਚੀਜ਼ ਮੈਨੂ ਵਗੈਰਾ ਸਾਰਾ ਕੁਝ ਐਵਰੀਥਿੰਗ ਸੈਨੀਟਾਈਜ਼ਰ ਕਰਨਾ ਪੈਂਦਾ। ਤੇ ਫਿਰ ਜਦੋਂ ਇਹ ਕੰਮ ਵਧਿਆ ਤਾਂ ਨਾਲ ਹੀ ਇਹ ਵੀ ਖਰਚਾ ਵੀ ਵਧਿਆ ਕਿ ਨਾਲ ਜਿਹੜੇ ਵਰਕਰਸ ਵੱਲੋਂ ਕੰਮ ਵੀ ਕੀਤਾ ਗਿਆ, ਉਹ ਕੰਮ ਦਾ ਸਮਾਂ ਵੀ ਵਧਿਆ ਕਿਉਂਕਿ ਜ਼ਿਆਦਾ ਸੈਨੀਟਾਈਜੇਸ਼ਨ ਕਰਨੀ, ਜ਼ਿਆਦਾ ਕਲੀਨਅਪ ਦਾ ਧਿਆਨ ਰੱਖਣਾ, ਤਾਂ ਉਹਦੇ ਨਾਲ ਕੀ ਇੰਪੈਕਟ ਪਿਆ ਕਿ ਉਸ ਦੇ ਨਾਲ ਕੀ ਇਹ ਹੈ ਕਿ ਜਿਹੜਾ ਫਿਰ ਸਰਵਿਸ ਦਿੱਤੀ ਜਾਂਦੀ ਹੈ ਉਹਦੇ ਉੱਤੇ ਅਸਰ ਪਿਆ ਕਿ ਉਹਨੂੰ ਹੋਰ ਮਹਿੰਗਾ ਕਰ ਦਿੱਤਾ ਗਿਆ? ਮਹਿੰਗਾ ਤਾਂ ਨਹੀਂ ਕੀਤਾ, ਜੋ ਪ੍ਰਾਈਸਾਂ ਅਸੀਂ ਪਹਿਲਾਂ ਰੱਖੀਆਂ ਸੀ ਸ਼ੁਰੂਆਤ ਦੇ ਵਿੱਚ ਹਜੇ ਤੱਕ ਉਹੀ ਪ੍ਰਾਈਸਾਂ ਹੈ ਨਾ, ਕੋਈ ਚੀਜ਼ ਮਹਿੰਗੀ ਨਹੀਂ ਕੀਤੀ ਹੈਗੀ। ਸੈਨੀਟਾਈਜ਼ਰ ਹੁਣ ਹੈਲਥ ਵੱਲੋਂ ਜੋ ਜ਼ਰੂਰੀ ਹਦਾਇਤਾਂ ਵਾ ਉਹ ਤਾਂ ਕਰਨੀਆਂ ਹੀ ਪੈਣੀਆਂ। ਜਿਵੇਂ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਇੱਥੇ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਜੋ ਬਿਜ਼ਨਸ ਓਨਰ ਨੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੋਵਿਡ-19 ਦੇ ਦੌਰਾਨ ਜਦੋਂ ਇੱਕ ਪਾਸੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਤਾਂ ਨਾਲ ਹੀ ਕਿਹੜੇ ਚੈਲੰਜ ਨੇ, ਕਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬਹੁਤ ਸਾਰੇ ਬਿਜ਼ਨਸ ਅਜਿਹੇ ਨੇ ਜਿਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਇਸ ਕਰਕੇ ਵੀ ਕਰਨਾ ਪੈ ਰਿਹਾ ਹੈ ਕਿ ਉਹ ਜੋ ਇਸ ਮੌਕੇ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਮਦਦ ਦਿੱਤੀ ਜਾ ਰਹੀ ਹੈ ਉਸ ਦੇ ਵਾਸਤੇ ਉਹ ਯੋਗਤਾ ਨਹੀਂ ਰੱਖਦੇ, ਜਿਸ ਕਰਕੇ ਨਾ ਹੀ ਉਹ ਸਰਕਾਰ ਤੋਂ ਮਦਦ ਲੈ ਸਕਦੇ ਨੇ ਤੇ ਖੁਦ ਦੇ ਦਮ ਦੇ ਉੱਤੇ ਉਹਨਾਂ ਨੂੰ ਆਪਣੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਪੈ ਰਿਹਾ ਹੈ। ਤੇ ਇਸੇ ਨੂੰ ਲੈ ਕੇ ਜੋ ਕਮਾਈ ਦੇ ਬਾਰੇ ਵੀ ਗੱਲਬਾਤ ਹੋਈ ਹੈ ਕਿ ਇਸ ਮੌਕੇ ਜਿਹੜਾ ਕਾਫੀ ਜ਼ਿਆਦਾ ਇਸ ਸਮੇਂ ਸਟਰਗਲ ਕੀਤਾ ਜਾ ਰਿਹਾ ਹੈ ਤੇ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ। ਉਮੀਦ ਹੈ ਤੁਹਾਨੂੰ ਕਾਫੀ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਕਿ ਕਿਸ ਤਰ੍ਹਾਂ ਇੱਕ ਬਿਜ਼ਨਸ ਹੈ ਜੋ ਉਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਰਨਾ ਪੈ ਰਿਹਾ ਇਸ ਸਮੇਂ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਕੋਈ ਹੋਰ ਜਾਣਕਾਰੀ ਲੈ ਕੇ। ਸਤਿ ਸ਼੍ਰੀ ਅਕਾਲ।